ਏਅਰ ਇੰਡੀਆ ਫਲਾਈਟ ਨੰਬਰ 182। ਅੱਜ ਆਪਾਂ ਗੱਲ ਕਰਾਂਗੇ ਏਅਰ ਇੰਡੀਆ ਦੀ ਫਲਾਈਟ ਨੰਬਰ 182 ਬਾਰੇ, ਜਿਹੜੀ ਕਿ ਟੋਰਾਂਟੋ ਟੂ ਲੰਡਨ ਜਾ ਰਹੀ ਸੀ ਤੇ ਨੀਅਰ ਦਾ ਕੋਸਟ ਆਫ ਆਇਰਲੈਂਡ ਉਹ ਡਿਸਅਪੀਅਰ ਹੋ ਜਾਂਦੀ ਆ। ਤੇ ਇਹ ਗੱਲ ਹੈਗੀ ਆ 1985 ਦੀ, ਤੇ ਇਹ ਕੈਨੇਡੀਅਨ ਹਿਸਟਰੀ ਦਾ ਲਾਰਜੈਸਟ ਮਾਸ ਕਿਲਿੰਗ ਇਨ ਕੈਨੇਡੀਅਨ ਹਿਸਟਰੀ ਇਹਨੂੰ ਮੰਨਿਆ ਜਾਂਦਾ, ਤੇ ਕੈਨੇਡਾ ਦਾ ਵਰਸਟ ਟੈਰਰਿਸਟ ਅਟੈਕ ਵੀ ਹੁਣ ਤੱਕ ਦਾ ਮੰਨਿਆ ਜਾਂਦਾ ਹੈ। ਤਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹਦੇ ਬਾਰੇ ਹੀ ਪੂਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਦੋਸਤੋ, ਤਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਪ੍ਰਾਜੋਤ ਸਿੰਘ ਤੇ। ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਮੇਕ ਸ਼ੋਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤਾਂ ਅੱਜ ਦਾ ਆਪਣਾ ਟੌਪਿਕ ਹੈਗਾ ਏਅਰ ਇੰਡੀਆ ਫਲਾਈਟ ਨੰਬਰ 182 ਬਾਰੇ। ਤਾਂ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ। ਇਹ ਗੱਲ ਹੈਗੀ ਆ 23 ਜੂਨ 1985 ਦੀ, ਜਦੋਂ ਕਿ ਇੱਕ ਫਲਾਈਟ ਏਅਰ ਇੰਡੀਆ 182 ਟੋਰਾਂਟੋ ਟੂ ਲੰਡਨ ਲਈ ਜਾਂਦੀ ਆ, ਜਿਹੜੀ ਕਿ ਇਨਰੂਟ ਹੁੰਦੀ ਆ ਟੋਰਾਂਟੋ ਟੂ ਲੰਡਨ, ਫਿਰ ਲੰਡਨ ਤੋਂ ਉਸਨੇ ਦਿੱਲੀ ਤੇ ਦਿੱਲੀ ਤੋਂ ਮੁੰਬਈ ਤੱਕ ਜਾਣਾ ਹੁੰਦਾ ਆ। ਤਾਂ ਇਹ ਫਲਾਈਟ ਟੋਰਾਂਟੋ ਤੋਂ ਡਿਪਾਰਚਰ ਕਰ ਜਾਂਦੀ ਆ। ਤਾਂ ਨੀਅਰ ਦਾ ਕੋਸਟ ਆਫ ਆਇਰਲੈਂਡ ਇਹ ਜਿਹੜੀ ਫਲਾਈਟ ਹੁੰਦੀ ਆ ਉਹ ਡਿਸਅਪੀਅਰ ਹੋ ਜਾਂਦੀ ਆ। ਤਾਂ ਜਿਹੜੇ ਆਪਣੇ ਏਅਰ ਕੰਟਰੋਲ ਟ੍ਰੈਫਿਕ ਆਫੀਸਰ ਹੁੰਦੇ ਆ ਉਹ ਦੇਖਦੇ ਨੇ ਰਡਾਰ ਤੇ ਕਿ ਇਹ ਫਲਾਈਟ ਇੱਕਦਮ ਹੀ ਡਿਸਅਪੀਅਰ ਹੋ ਜਾਂਦੀ ਆ ਰਡਾਰ ਤੋਂ। ਤਾਂ ਉਹ ਜੋ ਚੈੱਕ ਕਰਦੇ ਨੇ, ਫਲਾਈਟ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਆਉਂਦਾ। 2-3 ਮਿੰਟ ਲੰਘਣ ਤੋਂ ਬਾਅਦ ਜਦ ਫਿਰ ਉਹ ਉਸ ਏਰੀਏ ਦੇ ਕਾਰਗੋ ਸ਼ਿਪਸ ਨੂੰ ਉੱਥੇ ਭੇਜਦੇ ਨੇ ਦੇਖਣ ਲਈ ਵੀ ਜਾ ਕੇ ਉੱਥੇ ਚੈੱਕ ਕੀਤਾ ਜਾਵੇ ਜਿਸ ਜਗ੍ਹਾ ਤੋਂ ਉਹ ਡਿਸਅਪੀਅਰ ਹੋ ਜਾਂਦੀ ਆ। ਤਾਂ ਉਹ 2-3 ਘੰਟੇ ਲੱਭਣ ਤੋਂ ਬਾਅਦ, ਕਿਉਂਕਿ ਉਹ ਓਸ਼ਨ ਦੇ ਵਿੱਚ ਡਿਸਅਪੀਅਰ ਹੁੰਦੀ ਆ, ਤਾਂ 2-3 ਘੰਟੇ ਓਸ਼ਨ ਦੇ ਵਿੱਚ ਲੱਭਣ ਤੋਂ ਬਾਅਦ ਕਾਰਗੋ ਸ਼ਿਪਸ ਵਾਲੇ ਇਹ ਗੱਲ ਕਨਫਰਮ ਕਰ ਦਿੰਦੇ ਨੇ ਕਿ ਏਅਰ ਇੰਡੀਆ ਫਲਾਈਟ 182 ਕ੍ਰੈਸ਼ ਹੋ ਚੁੱਕੀ ਆ, ਕਿਉਂਕਿ ਉਹ ਪਾਣੀ ਦੇ ਵਿੱਚ ਉਹਦੇ ਪਾਰਟਸ ਨੂੰ ਦੇਖ ਸਕਦੇ ਹੁੰਦੇ ਆ। ਤਾਂ ਇਹ ਅਫੀਸ਼ੀਅਲੀ ਅਨਾਉਂਸ ਹੋ ਜਾਂਦਾ ਵਾ ਕਿ ਏਅਰ ਇੰਡੀਆ ਫਲਾਈਟ 182 ਕ੍ਰੈਸ਼ ਹੋ ਚੁੱਕੀ ਆ, ਜਿਹਦੇ ਕਰਕੇ ਸਾਰੇ ਕਿਤੇ ਭੁਚਾਲ ਪੈ ਜਾਂਦਾ ਤੇ ਰੇਡੀਓ ਤੇ ਵੀ ਇਹ ਗੱਲ ਫੈਲਣੀ ਸ਼ੁਰੂ ਹੋ ਜਾਂਦੀ ਆ ਕਿ ਏਅਰ ਇੰਡੀਆ ਦੀ ਫਲਾਈਟ 182 ਡਿਸਅਪੀਅਰ ਹੋ ਗਈ ਆ। ਤੇ ਜਿੱਦਾਂ ਹੀ ਇਹ ਕਨਫਰਮ ਹੁੰਦਾ ਹੈ ਕਿ ਏਅਰ ਇੰਡੀਆ ਦੀ ਫਲਾਈਟ ਨੰਬਰ 182 ਕ੍ਰੈਸ਼ ਹੋ ਚੁੱਕੀ ਆ, ਤਾਂ ਉੱਥੋਂ ਦੀ ਲੋਕਲ ਇਨਵੈਸਟੀਗੇਸ਼ਨ ਟੀਮ ਉੱਥੇ ਇਨਵੈਸਟੀਗੇਸ਼ਨ ਸਟਾਰਟ ਕਰ ਦਿੰਦੀ ਆ। ਤਾਂ ਉੱਥੇ ਇਨਵੈਸਟੀਗੇਸ਼ਨ ਸਟਾਰਟ ਕਰਨ ਤੋਂ ਬਾਅਦ ਉਹਨਾਂ ਨੂੰ ਪਾਣੀ ਦੇ ਵਿੱਚੋਂ 132 ਡੈੱਡ ਬੋਡੀਜ਼ ਰਿਕਵਰ ਹੁੰਦੀਆਂ ਨੇ। ਤਾਂ ਉਹ 132 ਡੈੱਡ ਬੋਡੀਜ਼ ਨੂੰ ਨੇੜੇ ਦੇ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਨੇ ਇਨਵੈਸਟੀਗੇਸ਼ਨ ਕਰਨ ਲਈ। ਜਦ ਕਿ ਉਸ ਪਲੇਨ ਦੇ ਵਿੱਚ ਟੋਟਲ ਪੈਸੇਂਜਰ ਤੇ ਕਰੂ ਮੈਂਬਰਸ ਨੂੰ ਮਿਲਾ ਕੇ 329 ਜਾਣੇ ਉਸ 에ਅਰਲਾਈਨ ਤੇ ਟਰੈਵਲ ਕਰ ਰਹੇ ਸੀ, ਬਟ ਉਹਦੇ ਵਿੱਚੋਂ ਸਿਰਫ 132 ਬੋਡੀਜ਼ ਹੀ ਹੁਣ ਤੱਕ ਰਿਕਵਰ ਹੋਈਆਂ ਨੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜਾ ਉਹ ਕ੍ਰੈਸ਼ ਹੋਇਆ, ਜਿਹੜਾ ਉਹ ਕ੍ਰੈਸ਼ ਸੀ, ਤਾਂ ਉਹ ਕਿੰਨਾ ਭਿਆਨਕ ਸੀ ਕਿ ਉਹਦੇ ਵਿੱਚ ਸਿਰਫ 132 ਬੋਡੀਜ਼ ਹੀ ਰਿਕਵਰ ਹੋ ਸਕੀਆਂ। ਤਾਂ ਜਿੱਦਾਂ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਜਾਂਦੀ ਆ, ਤਾਂ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸਲ ਦੇ ਵਿੱਚ ਪਲੇਨ ਦੇ ਵਿੱਚ ਅਜਿਹਾ ਕੀ ਹੋਇਆ ਕਿ ਪਲੇਨ ਕ੍ਰੈਸ਼ ਕਰ ਗਿਆ। ਤਾਂ ਜਦੋਂ ਕਿ ਪਲੇਨ ਕੋਸਟ ਆਫ ਆਇਰਲੈਂਡ ਦੇ ਨੇੜੇ ਕ੍ਰੈਸ਼ ਹੋਇਆ, ਤਾਂ ਉਸ ਦੀ ਉਚਾਈ 31,000 ਫੀਟ ਸੀ। ਤਾਂ 31,000 ਫੀਟ ਦੇ ਉੱਪਰ ਪਲੇਨ ਕ੍ਰੈਸ਼ ਹੋਣ ਕਾਰਨ ਉਹ ਸਮੁੰਦਰ ਦੇ ਵਿੱਚ ਘੱਟੋ ਘੱਟ 13 ਕਿਲੋਮੀਟਰ ਤੱਕ ਉਹਦੇ ਪਾਰਟਸ ਫੈਲ ਗਏ ਸੀ ਤੇ 6,000 ਫੁੱਟ ਥੱਲੇ ਜਾ ਚੁੱਕੇ ਸੀ ਸੀ ਦੇ ਵਿੱਚ। ਤਾਂ ਇਨਵੈਸਟੀਗੇਸ਼ਨ ਦੇ ਪਹਿਲੇ ਕੁਝ ਘੰਟੇ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਪਲੇਨ ਕ੍ਰੈਸ਼ ਕਿਉਂ ਹੋਇਆ, ਕਿਉਂਕਿ ਪਲੇਨ ਦੇ ਜੋ ਪਾਰਟ ਸੀ ਉਹ ਸਮੁੰਦਰ ਦੇ ਵਿੱਚ ਮਿਲ ਨਹੀਂ ਰਹੇ ਸੀ, ਕਿਉਂਕਿ ਸਮੁੰਦਰ ਐਡਾ ਵੱਡਾ ਹੋਣ ਕਰਕੇ ਪਤਾ ਨਹੀਂ ਸੀ ਕਿ ਕਿਹੜਾ ਪਾਰਟ ਕਿੱਥੇ ਗਿਆ, ਤੇ ਕੋਈ ਵੀ ਪਾਰਟ ਉੱਪਰ ਨਹੀਂ ਸੀ ਪਾਣੀ ਦੇ ਵਿੱਚ, ਉਹ ਥੱਲੇ ਜਾ ਚੁੱਕੇ ਸੀ। ਕਿਉਂਕਿ ਜਿਹੜੀ ਫਲਾਈਟ ਸੀਗੀ ਜਦੋਂ ਕ੍ਰੈਸ਼ ਹੋਈ ਉਹ 31,000 ਫੀਟ ਦੇ ਉੱਪਰ ਫਲਾਈ ਕਰ ਰਹੀ ਸੀ। ਤਾਂ 31,000 ਫੀਟ ਦੇ ਉੱਪਰ ਫਲਾਈ ਕਰ ਰਹੀ ਫਲਾਈਟ ਜਦੋਂ ਕ੍ਰੈਸ਼ ਕਰਦੀ ਆ, ਤਾਂ ਜਿਹੜੇ ਉਹਦੇ ਪਾਰਟਸ ਨੇ ਉਹ ਖਿਲਰ ਕੇ ਸਮੁੰਦਰ ਦੇ ਵਿੱਚ 13 ਕਿਲੋਮੀਟਰ ਤੱਕ ਫੈਲ ਜਾਂਦੇ ਨੇ, ਜੋ ਕਿ 6,000 ਫੀਟ ਥੱਲੇ ਡੀਪ ਚਲੇ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਕੋਈ ਪਾਰਟ ਮਿਲ ਨਹੀਂ ਰਹੇ ਸੀ, ਤਾਂ ਪਾਰਟ ਨਾ ਮਿਲਣ ਕਰਕੇ ਇਨਵੈਸਟੀਗੇਸ਼ਨ ਅੱਗੇ ਨਹੀਂ ਵਧ ਰਹੀ ਸੀ। ਜਿੰਨੀਆਂ ਵੀ ਡੈੱਡ ਬੋਡੀਜ਼ ਉਹਨਾਂ ਨੂੰ ਮਿਲ ਰਹੀਆਂ ਸੀ, ਉਹਨਾਂ ਤੇ ਉਹ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹ ਦੇਖ ਰਹੇ ਸੀ ਕਿ ਉਹਨਾਂ ਦੀ ਜਿਹੜੀ ਮੌਤ ਦਾ ਕਾਰਨ ਕੀ ਆ। ਤੇ ਨਾਲ ਦੀ ਨਾਲ ਜਿੱਦਾਂ ਇਨਵੈਸਟੀਗੇਸ਼ਨ ਅੱਗੇ ਜਾਂਦੀ ਰਹੀ, ਤਾਂ ਉਹਨਾਂ ਨੇ ਪਾਣੀ ਦੇ ਵਿੱਚ ਡੀਪ ਜਾ ਕੇ ਪਾਰਟਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਤਾਂ ਕੁਝ ਕੁ ਪਾਰਟ ਜੋ ਹਲਕੇ ਸੀ ਉਹ ਬਾਹਰ ਕੱਢੇ ਗਏ। ਉਹਨਾਂ ਦੇ ਰਾਹੀਂ ਉਹਨਾਂ ਨੂੰ ਕੁਝ ਖਾਸ ਪਤਾ ਨਹੀਂ ਲੱਗਿਆ। ਉਹਨਾਂ ਨੇ ਕਾਫੀ ਥਿਊਰੀਆਂ ਬਣਾਈਆਂ, ਬਟ ਕੋਈ ਇੰਨੀ ਜ਼ਿਆਦਾ ਫਿੱਟ ਨਹੀਂ ਬੈਠ ਰਹੀ ਸੀ। ਤਾਂ ਹੁਣ ਉਹਨਾਂ ਦਾ ਮੇਨ ਫੋਕਸ ਸੀਗਾ ਬਲੈਕ ਬਾਕਸਿਸ ਨੂੰ ਲੱਭਣ ਤੇ। ਜੇ ਬਲੈਕ ਬਾਕਸਿਸ ਲੱਭ ਜਾਂਦੇ ਨੇ ਤਾਂ ਫਿਰ ਉਹ ਸੁਣ ਸਕਦੇ ਨੇ ਕਿ ਉਸ ਸਮੇਂ ਜਹਾਜ਼ ਦੇ ਵਿੱਚ ਕੀ ਹੋਇਆ ਸੀ। ਤਾਂ ਉਹ ਇਸ ਤਰ੍ਹਾਂ ਡਿਜ਼ਾਈਨ ਕੀਤੇ ਜਾਂਦੇ ਨੇ ਕਿ ਜਦ ਕੋਈ ਕ੍ਰੈਸ਼ ਹੋਵੇ ਜਾਂ ਕੁਝ ਹੋਰ ਹੋਵੇ ਤਾਂ ਬਲੈਕ ਬਾਕਸਿਸ
ਬਚ ਜਾਂਦੇ ਨੇ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਲੱਭ ਕੇ ਉਸ ਰਿਕਾਰਡਿੰਗ ਨੂੰ ਸੁਣ ਸਕਦੇ ਨੇ ਕਿ ਉਸ ਸਮੇਂ ਜਹਾਜ਼ ਦੇ ਵਿੱਚ ਕੀ ਹੋਇਆ ਸੀ। ਬਟ 6000 ਫੀਟ ਥੱਲੇ ਹੋਣ ਕਰਕੇ ਉਹਨਾਂ ਨੂੰ ਕੁਝ ਬਹੁਤਾ ਉਹਨਾਂ ਦੇ ਹੱਥ ਨਹੀਂ ਲੱਗ ਰਿਹਾ। ਬਟ ਜਿੱਦਾਂ ਜਿੱਦਾਂ ਉਹਨਾਂ ਕੋਲੇ ਸਪੈਸ਼ਲ ਟੀਮਸ ਪਹੁੰਚਦੀਆਂ ਗਈਆਂ ਤਾਂ ਉਹਨਾਂ ਨੇ ਥੱਲੇ ਜਾ ਕੇ ਪਾਣੀ ਦੇ ਵਿੱਚ ਕਾਫੀ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਤੇ ਕਾਫੀ ਪਾਰਟਸ ਨੂੰ ਉੱਪਰ ਲਿਆਂਦਾ ਗਿਆ। ਤਾਂ ਉਹ ਉਸ ਪਾਰਟਸ ਨੂੰ ਉੱਪਰ ਲਿਆ ਕੇ ਪਾਰਟਸ ਨੂੰ ਅਕੋਰਡਿੰਗ ਟੂ ਪਲੇਨ ਜੋੜਦੇ ਗਏ। ਤਾਂ ਪਾਰਟਸ ਨੂੰ ਜੋੜਨ ਤੋਂ ਬਾਅਦ ਉਹਨਾਂ ਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ। ਮੇਨ ਉਹਨਾਂ ਨੂੰ ਪਤਾ ਲੱਗਿਆ ਜਦ ਉਹਨਾਂ ਨੂੰ ਪਲੇਨ ਦਾ ਫਲੋਰ ਮਿਲ ਜਾਂਦਾ। ਤਾਂ ਪਲੇਨ ਦੇ ਫਲੋਰ ਮਿਲਣ ਤੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਜੋ ਪਲੇਨ ਦੇ ਵਿੱਚ ਜੋ ਵੀ ਕੁਝ ਵਾਪਰਿਆ ਉਹ ਪਲੇਨ ਦੇ ਥੱਲੜੇ ਕਾਰਗੋ ਹਿੱਸੇ ਦੇ ਵਿੱਚ ਹੋਇਆ ਸੀ। ਕਾਰਗੋ ਹਿੱਸਾ ਜਿੱਥੇ ਕਿ ਆਪਣਾ ਸਮਾਨ ਰੱਖਿਆ ਜਾਂਦਾ ਆ। ਤਾਂ ਇਸ ਤੋਂ ਦੋ ਥਿਊਰੀਆਂ ਨਿਕਲ ਕੇ ਅੱਗੇ ਆਉਂਦੀਆਂ ਨੇ ਕਿ ਇਹ ਵੀ ਹੋ ਸਕਦਾ ਕਿ ਕਾਰਗੋ ਹਿੱਸੇ ਦੇ ਵਿੱਚ ਕਿਤੇ ਨਾ ਕਿਤੇ ਕੋਈ ਬੰਬ ਫਿੱਟ ਕੀਤਾ ਗਿਆ ਹੋਵੇ, ਉਹਦੇ ਐਕਸਪਲੋਡ ਹੋਣ ਕਰਕੇ ਪਲੇਨ ਕ੍ਰੈਸ਼ ਹੋਇਆ, ਜਾਂ ਫਿਰ ਜਿਹੜਾ ਕਾਰਗੋ ਦਾ ਮੇਨ ਡੋਰ ਹੁੰਦਾ ਆ ਉਹਦੇ ਵਿੱਚ ਕੋਈ ਪ੍ਰੋਬਲਮ ਹੋਣ ਕਰਕੇ ਡੋਰ ਕਿਸੇ ਨਾ ਕਿਸੇ ਤਰੀਕੇ ਨਾਲ ਬ੍ਰੇਕ ਡਾਊਨ ਹੋ ਗਿਆ ਤੇ ਉਸ ਦੇ ਵਿੱਚ 에ਅਰ ਬਣਨ ਸਾਰ ਤਾਂ 에ਅਰ ਪ੍ਰੈਸ਼ਰ ਥੱਲੇ ਇੰਨਾ ਜ਼ਿਆਦਾ ਹੋ ਗਿਆ ਕਿ ਪਲੇਨ ਕ੍ਰੈਸ਼ ਹੋ ਗਿਆ। ਬਟ ਹਜੇ ਵੀ ਫਿਰ ਵੀ ਉਹਨਾਂ ਕੋਲੇ ਕੋਈ ਪੱਕਾ ਸਬੂਤ ਨਹੀਂ ਸੀ। ਤਾਂ ਇਸ ਕਹਾਣੀ ਨੂੰ ਨਵਾਂ ਮੋੜ ਉਦੋਂ ਮਿਲਦਾ ਜਦੋਂ ਕੈਨੇਡਾ ਦੀ RCMP ਇਨਵੈਸਟੀਗੇਸ਼ਨ ਟੀਮ ਪੈਸੇਂਜਰਸ ਦੀ ਲਿਸਟ ਨੂੰ ਚੈੱਕ ਕਰਦੀ ਆ ਤੇ ਉਸ ਦੇ ਵਿੱਚ ਉਹਨਾਂ ਨੂੰ ਇੱਕ ਨਾਮ ਮਿਲਦਾ ਆ ਐਮ ਸਿੰਘ। ਐਮ ਸਿੰਘ ਨਾਮ ਉਹ ਇਦਾਂ ਦਾ ਨਾਮ ਸੀ ਜਿਸ ਨੇ ਚੈੱਕ ਇਨ ਤਾਂ ਕਰਵਾਇਆ ਸੀ, ਆਪਣੇ ਸਮਾਨ ਨੂੰ ਬੋਰਡ ਵੀ ਕਰਵਾਤਾ ਸੀ, ਬਟ ਉਹ ਆਪ ਫਲਾਈਟ ਦੇ ਵਿੱਚ ਬੈਠਾ ਨਹੀਂ। ਉਸਦੇ ਕੋਲ ਇੱਕ ਟੈਚੀ ਸੀ ਜਿਸ ਨੂੰ ਉਹਨੇ ਵੈਂਕੂਵਰ ਤੋਂ ਹੀ ਬੋਰਡ ਕਰਵਾਤਾ ਸੀ ਦਿੱਲੀ ਲਈ। ਅਸਲ ਦੇ ਵਿੱਚ ਇੱਕ ਕਨੈਕਟਿੰਗ ਫਲਾਈਟ ਸੀ ਜੋ ਵੈਂਕੂਵਰ ਟੂ ਟੋਰਾਂਟੋ ਆਈ ਸੀ, ਜਿਸ ਦੇ ਪੈਸੇਂਜਰਾਂ ਨੇ ਟੋਰਾਂਟੋ ਦੇ ਵਿੱਚ ਆ ਕੇ ਪਲੇਨ ਨੂੰ ਚੇਂਜ ਕੀਤਾ। 에ਅਰ ਇੰਡੀਆ 182 ਦੇ ਵਿੱਚ ਬੈਠੇ ਸੀ। ਤਾਂ ਐਮ ਸਿੰਘ ਉੱਥੇ ਹੀ ਵੈਂਕੂਵਰ ਦੇ ਵਿੱਚ ਆਪਣਾ ਚੈੱਕ ਇਨ ਕਰਵਾਉਂਦਾ ਤੇ ਆਪਣੇ ਬੈਗ ਨੂੰ ਬੋਰਡ ਕਰਵਾ ਦਿੰਦਾ ਆ ਵੈਂਕੂਵਰ ਟੂ ਦਿੱਲੀ ਦੇ ਲਈ। ਇਹ ਉੱਥੋਂ ਦੀ ਸਿਕਿਉਰਿਟੀ ਦਾ ਫੇਲਿਅਰ ਵੀ ਮੰਨਿਆ ਜਾਂਦਾ। ਕਾਫੀ ਚੀਜ਼ਾਂ ਇਕੱਠੀਆਂ ਰਲਦੀਆਂ ਨੇ ਜੋ ਇਹ ਚੀਜ਼ ਹੈਪਨ ਹੁੰਦੀ ਆ, ਕਿਉਂਕਿ ਵੈਂਕੂਵਰ ਦੇ ਵਿੱਚ ਤਾਂ ਇੰਨਾ ਚੈੱਕ ਨਹੀਂ ਕੀਤਾ ਜਾਂਦਾ, ਬੈਗ ਵਗੈਰਾ ਨੂੰ ਸਕੈਨ ਵੀ ਨਹੀਂ ਕੀਤਾ ਜਾਂਦਾ, ਬਟ ਟੋਰਾਂਟੋ ਆ ਕੇ ਇੱਕ ਇੰਟਰਨੈਸ਼ਨਲ ਫਲਾਈਟ ਹੋਣ ਕਰਕੇ ਸਾਰੇ ਬੈਗਸ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾਂਦਾ ਆ ਤੇ ਉਹਨਾਂ ਨੂੰ ਐਕਸ-ਰੇ ਵੀ ਕੀਤਾ ਜਾਂਦਾ। ਬਟ ਇਹ ਇੱਕ ਸਿਕਿਉਰਿਟੀ ਦਾ ਫੇਲਿਅਰ ਮੰਨਿਆ ਜਾਂਦਾ ਕਿ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਵੀ ਉਹ ਬੈਗ ਪਲੇਨ ਦੇ ਵਿੱਚ ਲੋਡ ਹੋ ਜਾਂਦਾ। ਅੱਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਉਸ ਤੋਂ ਬਾਅਦ ਪਲੇਨ ਜਦੋਂ ਉੱਥੋਂ ਡਿਪਾਰਚਰ ਕਰਦਾ ਤਾਂ ਕੁਝ ਸਮੇਂ ਬਾਅਦ ਹੀ ਉਹ ਕੋਸਟ ਆਫ ਆਈਲੈਂਡ ਦੇ ਕੋਲੇ ਜਾ ਕੇ ਕ੍ਰੈਸ਼ ਕਰ ਜਾਂਦਾ। ਤਾਂ ਇਨਵੈਸਟੀਗੇਸ਼ਨ ਦੇ ਕਾਫੀ ਦਿਨਾਂ ਬਾਅਦ ਉਹਨਾਂ ਦੇ ਹੱਥ ਬਲੈਕ ਬਾਕਸ ਲੱਗ ਹੀ ਜਾਂਦੇ ਨੇ। ਬਲੈਕ ਬਾਕਸ ਦੀ ਰਿਕਾਰਡਿੰਗ ਸੁਣਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਜਹਾਜ਼ ਦੇ ਵਿੱਚ ਕੁਝ ਵੀ ਅਬਨੋਰਮਲ ਨਹੀਂ ਹੋਇਆ ਸੀ, ਕਿਉਂਕਿ ਦੋਨੋਂ ਪਾਇਲਟ ਟ੍ਰੈਫਿਕ ਕੰਟਰੋਲ ਦੇ ਨਾਲ ਗੱਲ ਕਰਨ ਤੋਂ ਬਾਅਦ ਆਪਣੇ ਆਪਸ ਦੇ ਵਿੱਚ ਇਹ ਡਿਸਕਸ ਕਰ ਰਹੇ ਹੁੰਦੇ ਨੇ ਕਿ ਜਿਹੜੇ ਕਿ ਲੈਂਡਿੰਗ ਤੋਂ ਪਹਿਲਾਂ ਉਹਨਾਂ ਨੇ ਪੇਪਰਵਰਕ ਸਬਮਿਟ ਕਰਨੇ ਹੁੰਦੇ ਨੇ ਉਹ ਕਿੱਦਾਂ ਕਰਨ। ਤਾਂ ਇਸ ਦੇ ਵਿੱਚ ਹੀ ਉਹਨਾਂ ਦੀ ਆਵਾਜ਼ ਕੱਟੀ ਜਾਂਦੀ ਆ ਤੇ ਇੱਕਦਮ ਹੀ ਸਾਇਲੈਂਟ ਹੋ ਜਾਂਦਾ ਆ, ਜਿਸ ਤੋਂ ਇਹ ਪਤਾ ਲੱਗਦਾ ਆ ਕਿ ਇੱਕੋ ਦਮ ਪਲੇਨ ਦੇ ਵਿੱਚ ਕੋਈ ਕ੍ਰੈਸ਼ ਹੁੰਦਾ ਆ, ਜਿਸ ਦੇ ਨਾਲ ਪਲੇਨ ਹਵਾ ਦੇ ਵਿੱਚੋਂ ਗਾਇਬ ਹੋ ਜਾਂਦਾ ਆ। ਤਾਂ ਇਸ ਤੋਂ ਇਹ ਤਾਂ ਪਤਾ ਲੱਗ ਜਾਂਦਾ ਕਿ ਪਲੇਨ ਦੇ ਵਿੱਚ ਕੋਈ ਵੀ ਡਿਸਟਰਬੈਂਸ ਨਹੀਂ ਆਈ, ਪਲੇਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਈ। ਤਾਂ ਜਿਹੜਾ ਪਲੇਨ ਦੇ ਵਿੱਚ ਡਾਟਾ ਰਿਕਾਰਡਰ ਹੁੰਦਾ ਵਾ ਉਹ ਵੀ ਇਹੀ ਸੇਮ ਸਟੋਰੀ ਨੂੰ ਦੱਸ ਰਿਹਾ ਹੁੰਦਾ ਆ, ਕਿਉਂਕਿ ਡਾਟਾ ਰਿਕਾਰਡਰ ਦੇ ਵਿੱਚ ਵੀ ਪਲੇਨ ਦੀ ਸਪੀਡ, ਪਲੇਨ ਦੀ ਹਾਈਟ, ਉਹਦਾ ਐਲਟੀਟਿਊਡ ਤੇ ਬਾਕੀ ਜਿੰਨੀਆਂ ਵੀ ਚੀਜ਼ਾਂ ਉਹ ਪਲੇਨ ਦੀਆਂ ਕੈਲਕੂਲੇਟ ਕਰਦਾ ਉਹ ਸਭ ਕੁਝ ਨਾਰਮਲ ਹੁੰਦੀਆਂ ਨੇ। ਤਾਂ ਇਸ ਤੋਂ ਇਹ ਤਾਂ ਪਤਾ ਲੱਗ ਗਿਆ ਕਿ ਪਲੇਨ ਦੇ ਵਿੱਚ ਕੋਈ ਨਾ ਕੋਈ ਇਦਾਂ ਦਾ ਧਮਾਕਾ ਹੋਇਆ ਜਾਂ ਕੋਈ ਬੰਬ ਐਕਸਪਲੋਡ ਹੋਇਆ ਜਿਹਦੇ ਕਰਕੇ ਇੱਕਦਮ ਹੀ ਪਲੇਨ ਕ੍ਰੈਸ਼ ਕਰ ਗਿਆ। ਤਾਂ ਇਸੇ ਸੇਮ ਟਾਈਮ ਤੇ ਜਦੋਂ ਟੋਰਾਂਟੋ ਟੂ ਲੰਡਨ ਜਾ ਰਹੀ ਫਲਾਈਟ ਦੇ ਵਿੱਚ ਕ੍ਰੈਸ਼ ਹੁੰਦਾ ਤਾਂ ਇੱਕ ਹੋਰ ਨਿਊਜ਼ ਸਾਹਮਣੇ ਆਉਂਦੀ ਆ ਨਰੇਟਾ 에ਅਰਪੋਰਟ ਤੋਂ, ਜੋ ਕਿ ਟੋਕੀਓ ਜਾਪਾਨ ਦੇ ਵਿੱਚ ਆ। ਉੱਥੇ ਵੀ ਸੇਮ ਤਰ੍ਹਾਂ ਇੱਕ ਬੈਗ ਦੇ ਵਿੱਚ ਐਕਸਪਲੋਡ ਹੁੰਦਾ, ਜਦੋਂ ਕਿ ਦੋ ਬੈਗ ਹੈਂਡਲਰ ਉਸ ਬੈਗ ਨੂੰ ਚੱਕ ਕੇ ਕਨਵੇਅਰ ਬੈਲਟ ਤੇ ਰੱਖਦੇ ਨੇ ਤਾਂ ਉਸ ਦੇ ਵਿੱਚ ਐਕਸਪਲੋਡ ਹੋਣ ਕਰਕੇ ਉਹ ਦੋਨੇ ਬੈਗ ਹੈਂਡਲਰ ਦੀ ਮੌਤ ਹੋ ਜਾਂਦੀ ਆ ਤੇ 4 ਲੋਕ ਜ਼ਖਮੀ ਹੋ ਜਾਂਦੇ ਨੇ। ਸੋ ਨਰੇਟਾ 에ਅਰਪੋਰਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇਹ ਬੈਗ ਵੀ ਸੇਮ ਵੈਂਕੂਵਰ ਤੋਂ ਹੀ ਆਇਆ ਸੀ ਤੇ ਇਸ ਨੇ ਅੱਗੇ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਹੀ ਲੋਡ ਹੋਣਾ ਸੀ। ਤਾਂ ਵੈਂਕੂਵਰ ਦੇ ਵਿੱਚ ਜੋ ਇਹ ਦੋਨੇ ਬੈਗ ਚੈੱਕ ਇਨ ਕਰਵਾਏ ਗਏ ਸੀ ਤੇ ਇਹ ਦੋਨੇ ਟਿਕਟਾਂ ਜੋ ਬਾਏ ਕੀਤੀਆਂ ਗਈਆਂ ਸੀ ਉਹ ਸੇਮ ਕਸਟਮਰ ਦੇ ਦੁਆਰਾ ਹੀ ਬਾਏ ਕੀਤੀਆਂ ਗਈਆਂ ਸੀ। ਸੋ ਇਹ ਸਾਰੇ ਐਵੀਡੈਂਸਿਸ ਮਿਲਣ ਤੋਂ ਬਾਅਦ ਤੇ 에ਅਰ ਇੰਡੀਆ ਦੀ ਫਲਾਈਟ 182 ਦੇ ਪਾਰਟਸ ਨੂੰ ਜੋ ਰਿਕਵਰ ਕਰ ਲਿਆ ਗਿਆ, ਪਾਣੀ ਦੇ ਵਿੱਚ ਕੱਢਣ ਤੋਂ ਬਾਅਦ ਉਹਨਾਂ ਨੂੰ ਅਸੈਂਬਲ ਕੀਤਾ ਗਿਆ, ਤਾਂ ਇਨਵੈਸਟੀਗੇਸ਼ਨ ਟੀਮ ਨੇ ਇਹ ਪ੍ਰੂਫ ਕਰਤਾ ਕਿ ਜੋ ਪਲੇਨ ਕ੍ਰੈਸ਼ ਹੋਇਆ ਵਾ ਉਹ ਕਾਰਗੋ ਬੋਡੀ ਦੇ ਵਿੱਚ ਇੱਕ ਬੰਬ ਐਕਸਪਲੋਡ ਹੋਣ ਕਰਕੇ ਹੀ ਹੋਇਆ ਵਾ। ਤਾਂ ਉਸ ਤੋਂ ਬਾਅਦ ਇਹ ਸਾਰਾ ਡਾਟਾ ਪੁਲਿਸ ਨੂੰ ਹੈਂਡਓਵਰ ਕਰ ਦਿੱਤਾ ਗਿਆ। ਸੋ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਦੇ ਹੱਥ ਕੋਈ ਵੀ ਠੋਸ ਸਬੂਤ ਨਹੀਂ ਲੱਗਦੇ ਤੇ ਕੋਰਟ ਦੇ ਵਿੱਚ ਉਹ ਕਿਸੇ ਨੂੰ ਵੀ ਦੋਸ਼ੀ ਸਾਬਿਤ ਨਹੀਂ ਕਰ ਪਾਉਂਦੇ। ਇਸ ਕਰਕੇ ਇਹ ਕੇਸ ਅੱਜ ਵੀ ਕੰਟੀਨਿਊ ਚੱਲ ਰਿਹਾ ਕੁਝ ਫੈਮਲੀਜ਼ ਦੇ ਦੁਆਰਾ ਜਿਨ੍ਹਾਂ ਦੇ ਮੈਂਬਰ ਉਸ ਫਲਾਈਟ ਦੇ ਵਿੱਚ ਉਸ ਦਿਨ ਬੈਠੇ ਸੀ। 2005 ਦੇ ਵਿੱਚ
ਕੈਨੇਡਾ ਦੇ ਗਵਰਨਰ ਇਨ ਕੌਂਸਲ ਦੇ ਦੁਆਰਾ 23 ਜੂਨ ਨੂੰ ਨੈਸ਼ਨਲ ਡੇ ਆਫ ਰਿਮੈਂਬਰੈਂਸ ਅਨਾਉਂਸ ਕਰ ਦਿੱਤਾ ਜਾਂਦਾ ਫॉर द ਵਿਕਟਮਸ ਆਫ ਟੈਰਰਿਜ਼ਮ। ਤੇ ਗਵਰਨਮੈਂਟ ਆਫ ਕੈਨੇਡਾ ਉਹਨਾਂ ਦੀ ਯਾਦ ਦੇ ਵਿੱਚ 4 ਮੈਮੋਰੀਅਲਸ ਵੀ ਬਣਾਉਂਦੀ ਆ ਜੋ ਕਿ ਟੋਰਾਂਟੋ, ਵੈਂਕੂਵਰ ਤੇ ਓਟਵਾ ਦੇ ਵਿੱਚ ਨੇ। ਤੇ ਅੱਜ ਵੀ ਇਸ ਦਿਨ ਨੂੰ 23 ਜੂਨ ਨੂੰ ਵਰਸਟ ਟੈਰਰਿਸਟ ਅਟੈਕ ਆਫ ਕੈਨੇਡਾ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਅੱਜ ਵੀ ਇਸ ਦਿਨ ਦੇ ਵਿੱਚ ਉਹਨਾਂ ਵਿਕਟਮਸ ਨੂੰ ਯਾਦ ਕੀਤਾ ਜਾਂਦਾ ਹੈ।